ਇੱਕ ਕੰਪਨੀ ਦੇ ਵਿੱਚੋਂ ਨਾ ਦੋ ਅਕਾਊਂਟੈਂਟ ਇੱਕੋ ਦਫਾ ਰਿਟਾਇਰ ਹੋਏ। ਇੱਕ ਅਕਾਊਂਟੈਂਟ ਨੂੰ ਤਾਂ ਉਹਨਾਂ ਨੇ ਉਸੇ ਟਾਈਮ ਹਿਸਾਬ ਕਿਤਾਬ ਦੇ ਕੇ ਨਾ ਫਰਕ ਕਰ ਦਿੱਤਾ, ਲੇਕਿਨ ਇੱਕ ਅਕਾਊਂਟੈਂਟ ਨੂੰ ਜਿਹੜਾ ਕੰਪਨੀ ਦਾ ਮਾਲਕ ਸੀ ਉਹਨੇ ਆ ਕੇ ਖੁਦ ਰਿਕੁਐਸਟ ਕੀਤੀ ਕਿ ਯਾਰ ਤੂੰ 3 ਮਹੀਨੇ ਹੋਰ ਲਾ, ਮੈਂ ਤੈਨੂੰ 6 ਮਹੀਨੇ ਦੀ ਸੈਲਰੀ ਦਊਂਗਾ। ਖੈਰ ਉਹ ਉਸ ਗੱਲ ਤੇ ਮੁਤਮਿਨ ਹੋ ਗਿਆ। ਉਹਨੇ 3 ਮਹੀਨੇ ਕੰਮ ਕੀਤਾ। 3 ਮਹੀਨੇ ਦੋ ਲੜਕਿਆਂ ਨੂੰ ਹੋਰ ਟ੍ਰੇਨ ਕੀਤੇ, ਉਹਦੇ ਕੋਲੋਂ ਟ੍ਰੇਨ ਕਰਵਾਏ, ਸਾਰੇ ਖਦੋਖਾਲ ਦੱਸੇ। ਉਹਨੇ ਕੁਝ ਸੇਲ ਅਫਸਰ ਯਾਨੀ ਸੇਲਸ ਦੀ ਕੰਪਨੀ ਸੀ ਉਹ, ਤੇ ਸੇਲ ਅਫਸਰਾਂ ਨੂੰ ਕੁਝ ਤਾਂ ਨਿਸ਼ਾਨਦੇਹੀ ਕੀਤੀ ਕਿ ਇਹ 2% ਇਹਨਾਂ ਦੇ ਐਕਸਪੈਂਸ ਦੂਸਰੇ ਸੇਲ ਅਫਸਰਾਂ ਨਾਲੋਂ ਜ਼ਿਆਦਾ। ਇਹ ਪੈਟਰੋਲ ਜਿਹੜਾ ਪਾਉਂਦੇ ਆ ਗੱਡੀਆਂ ਦੇ ਵਿੱਚ ਉਹਦੇ ਥੋੜੀ ਜਿਹੀ ਬੇਈਮਾਨੀ ਕਰਦੇ ਆ, ਲੇਕਿਨ ਇਹਨਾਂ ਨੂੰ ਤੁਸੀਂ ਡ੍ਰੌਪ ਨਾ ਕਰਿਓ। ਇਹਨਾਂ ਨੂੰ ਡ੍ਰੌਪ ਨਾ ਕਰਿਓ। ਕਮ ਸੇ ਕਮ 5 ਕਰੋੜ ਦੀ ਮਾਰਕੀਟ ਇੱਕ ਬੰਦਾ ਸੰਭਾਲੀ ਪਿਆ। ਇਹਨਾਂ ਨੂੰ ਤੁਸੀਂ ਡ੍ਰੌਪ ਕੀਤਾ 2% ਬਚਾਉਣ ਵਾਸਤੇ, ਤੁਸੀਂ ਆਪਣਾ 100% ਨੁਕਸਾਨ ਕਰ ਬੈਣਾ। ਨਵਾਂ ਆਉਣ ਵਾਲਾ ਬੰਦਾ ਹੋ ਸਕਦਾ ਜਿੰਨੀ ਇਹਨਾਂ ਕੋ ਮਾਰਕੀਟ ਕਰ ਰਿਹਾ ਹੈ, ਜਿੰਨੀ ਇਹ ਮਾਰਕੀਟ ਦੇ ਵਿੱਚ ਇਹਨਾਂ ਦਾ ਸ਼ੇਅਰ ਇਸ ਟਾਈਮ ਹੈਗਾ, ਉਹਨਾਂ ਸ਼ੇਅਰ ਹੋਰ ਤੁਹਾਨੂੰ ਸੇਲ ਅਫਸਰ ਨਾ ਦੇ ਸਕੇ। ਅਗਰ 5 ਕਰੋੜ ਤੋਂ ਤੁਹਾਡੀ ਮਾਰਕੀਟ ਹੀ 2 ਕਰੋੜ ਤੇ ਆ ਜਾਂਦੀ, ਤੁਸੀਂ 2% ਬਚਾ ਕੇ ਬੜਾ ਨੁਕਸਾਨ ਕਰੋਗੇ। ਤੇ ਮਾਲਕ ਇੰਨਾ ਖੁਸ਼ ਹੋਇਆ ਕਿ ਉਹਨੇ 1 ਸਾਲ ਦੀ ਤਨਖਾਹ ਉਹਨੂੰ ਦੇ ਦਿੱਤੀ। ਦੇਖੋ, ਇੱਕੋ ਜਗ੍ਹਾ ਤੇ ਇੱਕੋ ਵਕਤ ਦੇ ਵਿੱਚ 2 EMPLOYEE ਕੰਮ ਕਰਦੇ, ਇੱਕ ਛੱਡ ਕੇ ਜਾਂਦਾ ਤੇ ਖੁਸ਼ੀ ਹੁੰਦੀ ਹੈ ਅਦਾਰੇ ਨੂੰ। ਇੱਕ ਛੱਡ ਕੇ ਜਾਂਦਾ ਤੇ ਅਦਾਰਾ ਕਹਿੰਦਾ ਵੀ ਕਿਸੇ ਤਰੀਕੇ ਨਾਲ ਥੋੜਾ ਜਿਹਾ ਚਿਰ ਸਾਡੇ ਕੋਲ ਹੋਰ ਰਹਿ ਜਾਏ। ਇਸ ਤਰ੍ਹਾਂ ਮਿਹਨਤ ਕਰੋਗੇ, ਅਦਾਰਾ ਤੁਹਾਡੇ ਪਿੱਛੇ ਫਿਰੇਗੀ, ਯਾਰ ਤੁਸੀਂ ਨਾ ਜਾਓ, ਇਮਾਨਦਾਰੀ ਨਾਲ ਕੰਮ ਕਰੋ।